ਹੈਲੋ ਫਰੈਂਡਸ, ਵੈਲਕਮ ਟੂ ਕੈਨੇਡੀਅਨ ਆਇਲਸ ਪਟਿਆਲਾ। ਅੱਜ ਦੀ ਵੀਡੀਓ ਵਿੱਚ ਅਸੀਂ ਆਇਲਸ ਰੀਡਿੰਗ ਟਰੂ ਫਾਲਸ ਨਾਟ ਗਿਵਨ ਕੁਐਸਚਨਸ ਨੂੰ ਆਨਸਰ ਕਰਨ ਦਾ ਬੈਸਟ ਮੈਥਡ ਸਿੱਖਾਂਗੇ। ਇਸ ਮੈਥਡ ਨੂੰ ਫੋਲੋ ਕਰਕੇ ਤੁਸੀਂ ਆਇਲਸ ਰੀਡਿੰਗ ਵਿੱਚ ਆਉਣ ਵਾਲੇ ਟਰੂ ਫਾਲਸ ਨਾਟ ਗਿਵਨ ਕੁਐਸਚਨਸ ਦੇ ਆਨਸਰ ਕਰੈਕਟਲੀ ਕਰ ਸਕਦੇ ਹੋ ਅਤੇ ਰੀਡਿੰਗ ਵਿੱਚੋਂ ਆਪਣਾ ਡਿਜ਼ਾਇਰਡ ਬੈਂਡ ਸਕੋਰ ਈਜ਼ੀਲੀ ਅਚੀਵ ਕਰ ਸਕਦੇ ਹੋ। ਵੀਡੀਓ ਟੌਪਿਕ ਸਟਾਰਟ ਕਰਦੇ ਹਾਂ ਅਤੇ ਸਟੈਪ ਬਾਏ ਸਟੈਪ ਅਸੀਂ ਦੇਖਾਂਗੇ ਕਿ ਟਰੂ ਫਾਲਸ ਨਾਟ ਗਿਵਨ ਕੁਐਸਚਨਸ ਨੂੰ ਅਸੀਂ ਕਿਸ ਤਰ੍ਹਾਂ ਸਹੀ ਅਟੈਂਪਟ ਕਰਨਾ ਹੈ। This question type is designed to test your ability to identify specific information and then decide if that information is true, false or not given. ਇਹ ਕੁਐਸਚਨ ਟਾਈਪ ਸਾਡੀ ਐਬਿਲਿਟੀ ਨੂੰ ਚੈੱਕ ਕਰਦਾ ਹੈ ਕਿ ਅਸੀਂ ਕੋਈ ਸਪੈਸੀਫਿਕ ਇਨਫੋਰਮੇਸ਼ਨ ਨੂੰ ਕਿੰਨਾ ਚੰਗੇ ਤਰੀਕੇ ਨਾਲ ਆਇਡੈਂਟੀਫਾਈ ਕਰਦੇ ਹਾਂ ਆਪਣੇ ਟੈਕਸਟ ਦੇ ਵਿੱਚੋਂ ਤੇ ਫਿਰ ਡਿਸਾਈਡ ਕਰਦੇ ਹਾਂ ਕਿ ਜੋ ਮੈਨੂੰ ਕੁਐਸਚਨ ਪੁੱਛਿਆ ਹੈ ਉਹ ਟਰੂ ਆ, ਫਾਲਸ ਆ ਜਾਂ ਫਿਰ ਨਾਟ ਗਿਵਨ ਆ। ਯੂਅਰ ਜੌਬ ਇਜ਼ ਟੂ ਮੈਚ ਦਾ ਮੀਨਿੰਗ ਨਾਟ ਵਰਡਸ। ਸਾਡਾ ਕੰਮ ਕੀ ਹੁੰਦਾ ਹੈ ਇਸ ਤਰ੍ਹਾਂ ਦੇ ਕੁਐਸਚਨ ਨੂੰ ਸੋਲਵ ਕਰਨ ਲਈ, ਸਹੀ ਆਨਸਰ ਕਰਨ ਲਈ, ਕਿ ਅਸੀਂ ਮੀਨਿੰਗ ਮੈਚ ਕਰਨੇ ਆ, ਨਾ ਕਿ ਐਗਜ਼ੈਕਟ ਵਰਡ ਦੇਖਣੇ ਆ ਕਿ ਸੇਮ ਵਰਡ ਮੈਨੂੰ ਮੇਰੇ ਕੁਐਸਚਨ ਦੀ ਸਟੇਟਮੈਂਟ ਦੇ ਵਿੱਚ ਵੀ ਮਿਲਿਆ ਹੈ ਤੇ ਸੇਮ ਵਰਡ ਮੈਨੂੰ ਪੈਰਾਗ੍ਰਾਫ ਦੇ ਵਿੱਚ ਵੀ ਮਿਲ ਗਿਆ। ਇਹ ਕੰਮ ਨਹੀਂ ਕਰਨਾ ਆਪਾਂ। ਆਪਣਾ ਪਰਪਸ ਕੀ ਆ? ਮੀਨਿੰਗ ਨੂੰ ਮੈਚ ਕਰਨਾ, ਕੁਐਸਚਨ ਦੇ ਸਟੇਟਮੈਂਟ ਦੀ ਮੀਨਿੰਗ ਨੂੰ ਅਤੇ ਜਿੱਥੇ ਸਾਡੀ ਲੋਕੇਸ਼ਨ ਆ ਉੱਥੇ ਜੋ ਟੈਕਸਟ ਆ ਉਸ ਦੀਆਂ ਲਾਈਨ ਨੇ 2-3 ਉਸ ਦਾ ਮੀਨਿੰਗ। ਜਦੋਂ ਉਹ ਦੋਨਾਂ ਦੇ ਮੀਨਿੰਗ ਨੂੰ ਮੈਚ ਕਰਾਂਗੇ ਫਿਰ ਅਸੀਂ ਆਨਸਰ ਡਿਸਾਈਡ ਕਰਾਂਗੇ ਕਿ ਟਰੂ ਆ, ਫਾਲਸ ਆ ਜਾਂ ਫਿਰ ਨਾਟ ਗਿਵਨ। You will be given question statements and you have to check in the paragraph to find whether the statement is true, false or not given. ਸਾਡੇ ਕੋਲੇ ਕੁਐਸਚਨ ਦੀ ਸਟੇਟਮੈਂਟ ਦਿੱਤੀ ਹੋਏਗੀ, ਸਾਨੂੰ ਉਸ ਨੂੰ ਅਸੀਂ ਚੈੱਕ ਕਰਾਂਗੇ, ਪੈਰਾਗ੍ਰਾਫ ਦੇ ਨਾਲ ਮੈਚ ਕਰਾਂਗੇ, ਫਿਰ ਦੇਖਾਂਗੇ ਕਿ ਉਹ ਸਟੇਟਮੈਂਟ ਟਰੂ ਆ, ਫਾਲਸ ਆ ਜਾਂ ਫਿਰ ਨਾਟ ਗਿਵਨ ਆ। ਹੁਣ ਇਹ ਕਿਸ ਤਰ੍ਹਾਂ ਡਿਸਾਈਡ ਹੋਏਗਾ? ਇਫ ਮੀਨਿੰਗ ਆਫ ਦਾ ਟੈਕਸਟ ਔਰ ਪੈਰਾਗ੍ਰਾਫ ਐਗਰੀ ਵਿਦ ਦਾ ਕੁਐਸਚਨ ਸਟੇਟਮੈਂਟ, ਆਨਸਰ ਇਜ਼ ਟਰੂ। ਜੇ ਸਾਡੇ ਟੈਕਸਟ ਦਾ ਮੀਨਿੰਗ ਅਤੇ ਕੁਐਸਚਨ ਦੇ ਸਟੇਟਮੈਂਟ ਦਾ ਮੀਨਿੰਗ ਮੈਚ ਕਰਦਾ ਹੈ, ਦੋਨਾਂ ਦਾ ਸੇਮ ਮੀਨਿੰਗ ਆ, ਫਿਰ ਆਨਸਰ ਸਾਡਾ ਟਰੂ ਹੋਏਗਾ। ਇਫ ਮੀਨਿੰਗ ਆਫ ਦਾ ਟੈਕਸਟ ਅਪੋਜ਼ ਔਰ ਕੰਟਰਾਡਿਕਟ ਵਿਦ ਦਾ ਕੁਐਸਚਨ ਸਟੇਟਮੈਂਟ, ਦੈਨ ਆਨਸਰ ਇਜ਼ ਫਾਲਸ। ਹੁਣ ਜੇ ਸਾਡੇ ਟੈਕਸਟ ਦੀਆਂ ਲਾਈਨਸ ਦਾ ਮੀਨਿੰਗ ਅਤੇ ਕੁਐਸਚਨ ਦੀ ਸਟੇਟਮੈਂਟ ਦਾ ਮੀਨਿੰਗ ਆਪੋਜ਼ਿਟ ਬਣਦਾ, ਇੱਕ ਦੂਸਰੇ ਨੂੰ ਕੰਟਰਾਡਿਕਟ ਕਰ ਰਿਹਾ ਹੈ, ਫਿਰ ਸਾਡਾ ਆਨਸਰ ਫਾਲਸ ਹੋਏਗਾ। ਇਫ ਦੇयर ਇਜ਼ ਨੋ ਸਪੈਸੀਫਿਕ ਔਰ ਸਫੀਸ਼ੀਐਂਟ ਇਨਫੋਰਮੇਸ਼ਨ to decide whether the question statement agree or oppose the text, then answer is not given. ਹੁਣ ਜੇ ਇਦਾਂ ਦੀ ਸਿਚੁਏਸ਼ਨ ਹੁੰਦੀ ਆ ਕਿ ਸਫੀਸ਼ੀਐਂਟ ਇਨਫੋਰਮੇਸ਼ਨ ਨਹੀਂ ਹੈਗੀ ਉਸ ਟੌਪਿਕ ਦੇ ਰਿਲੇਟਡ ਜਿਸ ਤੋਂ ਇਹ ਡਿਸਾਈਡ ਹੋ ਸਕੇ ਕਿ ਕੁਐਸਚਨ ਦੀ ਸਟੇਟਮੈਂਟ ਆ ਉਹ ਪੈਰਾਗ੍ਰਾਫ ਦੀਆਂ ਲਾਈਨ ਨਾਲ ਐਗਰੀ ਕਰ ਰਹੀ ਆ ਜਾਂ ਉਹਨਾਂ ਨੂੰ ਅਪੋਜ਼ ਕਰ ਰਹੀ ਆ, ਇਹ ਡਿਸਾਈਡ ਕਰਨ ਲਈ ਸਫੀਸ਼ੀਐਂਟ ਇਨਫੋਰਮੇਸ਼ਨ ਨਹੀਂ ਹੁੰਦੀ, ਫਿਰ ਸਾਡਾ ਆਨਸਰ ਨਾਟ ਗਿਵਨ ਹੋਏਗਾ। ਠੀਕ ਹੈ ਜੀ। These questions are slightly different from yes no not given. ਹੁਣ ਇੱਕ ਕੈਟਾਗਰੀ yes no not given ਵਾਲੇ ਕੁਐਸਚਨ ਟਾਈਪ ਦੀ ਹੁੰਦੀ ਆ, ਇਹ ਉਸ ਦੇ ਨਾਲੋਂ ਸਲਾਈਟਲੀ ਡਿਫਰੈਂਟ ਆ। ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ ਹੈ। ਜੇ yes no ਵਾਲਾ ਕੁਐਸਚਨ ਪੁੱਛਿਆ ਹੈ ਤਾਂ ਉਸ ਦਾ ਆਨਸਰ yes no not given ਵਾਲਾ ਹੋਏਗਾ। ਜੇ ਟਰੂ ਫਾਲਸ ਵਾਲੇ ਕੁਐਸਚਨ ਨੇ ਤਾਂ ਉਸ ਦਾ ਆਨਸਰ ਅਸੀਂ ਟਰੂ ਫਾਲਸ ਦੇ ਵਿੱਚ ਦੇਵਾਂਗੇ। ਕਈ ਸਟੂਡੈਂਟ ਇਸ ਚੀਜ਼ ਦਾ ਧਿਆਨ ਨਹੀਂ ਰੱਖਦੇ, ਉਹ ਟਰੂ ਫਾਲਸ ਦੀ ਜਗ੍ਹਾ yes no ਲਗਾ ਦਿੰਦੇ ਆ, ਇਸ ਕਰਕੇ ਉਹਨਾਂ ਦੇ ਸਹੀ ਆਨਸਰ ਵੀ ਰੋਂਗ ਹੁੰਦੇ ਆ ਕਿਉਂਕਿ ਫਿਰ ਉਹ ਇੰਸਟਰਕਸ਼ਨ ਨੂੰ ਫੋਲੋ ਨਹੀਂ ਕਰ ਰਹੇ ਹੁੰਦੇ। ਇੱਥੇ ਅਸੀਂ ਕੁਐਸਚਨ ਦੀ ਐਗਜ਼ਾਮਪਲ ਵੀ ਲੈ ਰਹੇ ਹਾਂ ਤਾਂ ਕਿ ਅਸੀਂ ਈਜ਼ੀਲੀ ਅੰਡਰਸਟੈਂਡ ਕਰ ਸਕੀਏ ਕਿ ਟਰੂ ਫਾਲਸ ਵਾਲੇ ਕੁਐਸਚਨ ਕਿਸ ਤਰ੍ਹਾਂ ਦੇ ਆਉਂਦੇ ਆ। ਨੈਕਸਟ ਅਸੀਂ ਇਹਨਾਂ ਕੁਐਸਚਨਸ ਨੂੰ ਆਨਸਰ ਕਰਨ ਦਾ ਕਰੈਕਟ ਮੈਥਡ ਐਂਡ ਕੁਝ ਜ਼ਰੂਰੀ ਟਿਪਸ ਦੇਖਾਂਗੇ ਜਿਨ੍ਹਾਂ ਨੂੰ ਫੋਲੋ ਕਰਕੇ ਅਸੀਂ ਟਰੂ ਫਾਲਸ ਨਾਟ ਗਿਵਨ ਕੁਐਸਚਨਸ ਦੇ ਆਨਸਰ ਕਰੈਕਟਲੀ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਜ਼ਰੂਰੀ ਟਿਪਸ, ਆਨਸਰਸ ਆਰ ਇਨ ਦਾ ਸੇਮ ਆਰਡਰ ਐਜ਼ ਦੇ ਅਪੀਅਰ ਇਨ ਦਾ ਪੈਸੇਜ। ਟਰੂ ਫਾਲਸ ਨਾਟ ਗਿਵਨ ਵਾਲੇ ਕੁਐਸਚਨਸ ਦੇ ਆਨਸਰ ਸੇਮ ਆਰਡਰ ਦੇ ਵਿੱਚ ਹੁੰਦੇ ਆ, ਮੀਨਸ ਫਸਟ ਵਾਲੇ ਕੁਐਸਚਨ ਦਾ ਆਨਸਰ ਸਾਨੂੰ ਪੈਰਾਗ੍ਰਾਫ ਦੇ ਵਿੱਚ ਪਹਿਲਾਂ ਮਿਲੇਗਾ, ਸੈਕਿੰਡ ਦਾ ਆਨਸਰ ਉਸ ਤੋਂ ਬਾਅਦ ਮਿਲੇਗਾ ਐਂਡ ਥਰਡ ਦਾ ਉਸ ਤੋਂ ਬਾਅਦ। ਐਦਾਂ ਨਹੀਂ ਹੋਏਗਾ ਕਿ ਪਹਿਲਾਂ ਸਾਨੂੰ ਥਰਡ ਵਾਲੇ ਕੁਐਸਚਨ ਦਾ ਆਨਸਰ ਲੱਭ ਰਿਹਾ ਹੈ ਉਸ ਤੋਂ ਬਾਅਦ ਫਸਟ ਵਾਲੇ ਦਾ ਲੱਭ ਰਿਹਾ, ਇਸ ਤਰ੍ਹਾਂ ਨਹੀਂ ਹੁੰਦਾ। ਇਸ ਤਰ੍ਹਾਂ ਯੈਸ ਨੋ ਨਾਟ ਗਿਵਨ ਵਾਲਿਆਂ ਦੇ ਵਿੱਚ ਹੁੰਦਾ। ਉਹ ਵਾਲੀ ਕੁਐਸਚਨ ਟਾਈਪ ਥੋੜੀ ਡਿਫਰੈਂਟ ਆ ਤੇ ਥੋੜੀ ਟਫ ਵੀ ਆ। ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ ਹੈ ਕਿ ਇਹ ਵਾਲੇ ਕੁਐਸਚਨਸ ਸੇਮ ਆਰਡਰ ਦੇ ਵਿੱਚ ਚੱਲਦੇ ਆ। ਆਈਡੈਂਟੀਫਾਈ ਕੁਆਲੀਫਾਈਂਗ ਵਰਡ, words that change the meaning of the statement such as all, some, many, always, often, rarely, etc. ਕੁਆਲੀਫਾਈਂਗ ਵਰਡ ਉਹ ਵਾਲੇ ਵਰਡਸ ਨੇ
ਜਿਹੜੇ ਕੁਐਸਚਨ ਦੀ ਸਟੇਟਮੈਂਟ ਦਾ ਮੀਨਿੰਗ ਚੇਂਜ ਕਰ ਦਿੰਦੇ ਆ। ਕਿਹੜੇ-ਕਿਹੜੇ ਨੇ? ਆਲ, ਸਮ, ਮੈਨੀ, ਆਲਵੇਜ਼, ਆਫਨ, ਰੇਅਰਲੀ। ਇਸ ਤਰ੍ਹਾਂ ਦਾ ਜੇ ਕੋਈ ਵੀ ਵਰਡ ਸਾਨੂੰ ਇਸ ਤੋਂ ਇਲਾਵਾ ਕੁਝ ਹੋਰ ਵੀ ਨੇ, ਜੇ ਇਸ ਤਰ੍ਹਾਂ ਦੇ ਵਰਡ ਸਾਨੂੰ ਕੁਐਸਚਨ ਸਟੇਟਮੈਂਟ ਵਿੱਚ ਆਉਂਦੇ ਆ ਤਾਂ ਅਸੀਂ ਧਿਆਨ ਰੱਖਣਾ ਕਿ ਕੁਐਸਚਨ ਦੀ ਸਟੇਟਮੈਂਟ ਦਾ ਮੀਨਿੰਗ ਕੀ ਬਣ ਰਿਹਾ ਹੈ। ਕੁਐਸਚਨ ਦਾ ਮੀਨਿੰਗ ਅੰਡਰਸਟੈਂਡ ਕਰਕੇ ਹੀ ਅਸੀਂ ਕਰੈਕਟ ਆਨਸਰ ਲਗਾ ਸਕਦੇ ਹਾਂ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ। Look for synonyms of your keywords because you are matching meaning। ਜਿਹੜੇ ਕੀਵਰਡਸ ਅਸੀਂ ਮਾਰਕ ਕਰਦੇ ਹਾਂ ਆਪਣੀ ਕੁਐਸਚਨ ਦੀ ਸਟੇਟਮੈਂਟ ਵਿੱਚ ਅਤੇ ਉਹਨਾਂ ਦੀ ਹੈਲਪ ਨਾਲ ਅਸੀਂ ਆਪਣਾ ਆਨਸਰ ਫਾਈਂਡ ਕਰਨਾ ਹੁੰਦਾ ਹੈ, ਉਹਨਾਂ ਦੇ ਸਿਨੋਨਿਮ ਵੀ ਅਸੀਂ ਨਾਲ ਹੀ ਫਾਈਂਡ ਕਰਨੇ ਆ, ਕਿਉਂਕਿ ਅਸੀਂ ਮੀਨਿੰਗ ਮੈਚ ਕਰ ਰਹੇ ਹਾਂ ਨਾ ਕਿ ਐਗਜ਼ੈਕਟ ਵਰਡ ਮੈਚ ਕਰ ਰਹੇ ਹਾਂ। ਜਿੱਥੇ ਮੀਨਿੰਗ ਮੈਚ ਹੋਏਗਾ, ਮੀਨਿੰਗ ਹੁਣ ਸਿਨੋਨਿਮ ਦੇ ਥਰੂ ਵੀ ਹੋ ਸਕਦਾ ਲਿਖਿਆ ਹੋਇਆ, ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ ਹੈ। ਐਗਜ਼ੈਕਟ ਵਰਡ ਜਿੱਥੇ ਸਾਡਾ ਮੈਚ ਹੋਏਗਾ ਉੱਥੇ ਪੋਸੀਬਿਲਿਟੀ ਕਈ ਵਾਰ ਹੁੰਦੀ ਹੈ ਸਾਡਾ ਕਰੈਕਟ ਆਨਸਰ ਨਹੀਂ ਹੁੰਦਾ। ਜਿੱਥੇ ਉਸਦਾ ਸਿਨੋਨਿਮ ਦਿੱਤਾ ਹੋਏਗਾ ਉੱਥੇ ਸਾਡਾ ਆਨਸਰ ਮੈਚ ਕਰ ਰਿਹਾ ਹੋਏਗਾ। ਸੋ ਸਿਨੋਨਿਮ ਜਿੰਨੇ ਜ਼ਿਆਦਾ ਸਾਨੂੰ ਆਉਂਦੇ ਹੋਣਗੇ, ਜਿੰਨੀ ਵੋਕੈਬ ਸਾਡੀ ਹਾਈ ਹੋਏਗੀ, ਉਨੇ ਚਾਂਸਿਸ ਨੇ ਕਿ ਸਾਡੇ ਆਨਸਰ ਵੀ ਕਰੈਕਟ ਹੋਣਗੇ। ਨੈਕਸਟ, ਇਹਨਾਂ ਕੁਐਸਚਨਸ ਨੂੰ ਕਰੈਕਟ ਆਨਸਰ ਕਰਨ ਦੇ ਜ਼ਰੂਰੀ ਸਟੈਪਸ। ਰੀਡ ਦਾ ਇੰਸਟਰਕਸ਼ਨਸ ਟੂ ਮੇਕ ਸ਼ੋਰ these are true false not given or yes no not given question। ਸਭ ਤੋਂ ਪਹਿਲਾਂ ਅਸੀਂ ਇੰਸਟਰਕਸ਼ਨ ਨੂੰ ਰੀਡ ਕਰ ਲੈਣਾ ਪ੍ਰੋਪਰਲੀ ਕਿ ਇਹ ਟਰੂ ਫਾਲਸ ਨਾਟ ਗਿਵਨ ਵਾਲੀ ਕੁਐਸਚਨ ਟਾਈਪ ਆ ਜਾਂ ਫਿਰ ਜੈਸ ਨੋ ਨਾਟ ਗਿਵਨ ਵਾਲੀ ਕੁਐਸਚਨ ਟਾਈਪ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇਸ ਦੇ ਵਿੱਚ ਪ੍ਰੋਬਲਮ ਫੇਸ ਕਰਦੇ ਆ ਕਿ ਉਹ ਟਰੂ ਫਾਲਸ ਦੀ ਜਗ੍ਹਾ ਜੈਸ ਨੋ ਨਾਟ ਗਿਵਨ ਲਿਖ ਦਿੰਦੇ ਆ, ਇੰਸਟਰਕਸ਼ਨ ਨੂੰ ਧਿਆਨ ਵਿੱਚ ਨਹੀਂ ਰੱਖਦੇ। ਸੋ ਇਸ ਫਸਟ ਸਟੈਪ ਨੂੰ ਅਸੀਂ ਪ੍ਰੋਪਰਲੀ ਫੋਲੋ ਕਰਨਾ ਹੈ। Read the question statement and try to understand the meaning। Be aware of qualifying words। ਕੁਐਸਚਨ ਦੀ ਸਟੇਟਮੈਂਟ ਨੂੰ ਰੀਡ ਕਰਾਂਗੇ ਤੇ ਇਸ ਚੀਜ਼ ਦਾ ਧਿਆਨ ਰੱਖਾਂਗੇ ਕਿ ਕੁਐਸਚਨ ਦੇ ਵਿੱਚ ਕੋਈ ਕੁਆਲੀਫਾਈਂਗ ਵਰਡ ਹੈ ਇਦਾਂ ਦਾ ਜਿਸ ਨਾਲ ਕੁਐਸਚਨ ਦਾ ਮੀਨਿੰਗ ਬਿਲਕੁਲ ਚੇਂਜ ਹੋ ਰਿਹਾ ਹੈ। ਨੈਕਸਟ, ਮਾਰਕ ਕੀਵਰਡਸ ਇਨ ਦਾ ਕੁਐਸਚਨ ਸਟੇਟਮੈਂਟ ਐਂਡ ਥਿੰਕ ਅਬਾਊਟ ਸਿਨੋਨਿਮਸ। ਇਸ ਤੋਂ ਬਾਅਦ ਅਸੀਂ ਕੁਐਸਚਨ ਦੀ ਸਟੇਟਮੈਂਟ ਵਿੱਚ ਕੁਝ ਕੀਵਰਡਸ ਮਾਰਕ ਕਰ ਲਾਂਗੇ ਜਿਨ੍ਹਾਂ ਦੀ ਹੈਲਪ ਨਾਲ ਅਸੀਂ ਆਪਣੀ ਲੋਕੇਸ਼ਨ ਫਾਈਂਡ ਕਰਾਂਗੇ ਟੈਕਸਟ ਦੇ ਵਿੱਚ, ਪੈਰਾਗ੍ਰਾਫ ਦੇ ਵਿੱਚ, ਤੇ ਉਹਨਾਂ ਦੇ ਸਿਨੋਨਿਮ ਵੀ ਅਸੀਂ ਸੋਚ ਲੈਣੇ ਆ ਕਿ ਕੀ ਹੋ ਸਕਦੇ ਆ, ਥੋੜਾ ਗੈਸ ਲਗਾ ਲੈਣਾ। ਉਸ ਤੋਂ ਬਾਅਦ ਜਦੋਂ ਪੈਰਾਗ੍ਰਾਫ ਰੀਡ ਕਰਾਂਗੇ ਉਸ ਵੇਲੇ ਵੀ ਅਸੀਂ ਉਹਨਾਂ ਕੀਵਰਡ ਦੇ ਸਿਨੋਨਿਮ ਮੈਚ ਕਰਨੇ ਆ ਕਿ ਇਸ ਕੀਵਰਡ ਦਾ ਮੈਨੂੰ ਇਸ ਤਰ੍ਹਾਂ ਦਾ ਸਿਨੋਨਿਮ ਆ ਗਿਆ, ਇਹ ਮੈਚ ਕਰ ਰਿਹਾ ਇੱਥੇ। ਇਹ ਦੋ ਸਟੈਪਸ ਅਸੀਂ ਇਕੱਠੇ ਡਿਸਕਸ ਕਰ ਲਏ, ਕੀਵਰਡ ਮਾਰਕ ਕਰਨ ਵਾਲਾ ਸਟੈਪ ਐਂਡ ਫਾਈਂਡ ਦਾ ਲੋਕੇਸ਼ਨ। ਪਹਿਲਾਂ ਕੀਵਰਡ ਨੂੰ ਮਾਰਕ ਕਰਾਂਗੇ, ਫਿਰ ਉਸ ਦੀ ਹੈਲਪ ਨਾਲ ਅਸੀਂ ਲੋਕੇਸ਼ਨ ਫਾਈਂਡ ਕਰਾਂਗੇ। ਇਸ ਤੋਂ ਬਾਅਦ ਮੈਚ ਦਾ ਮੀਨਿੰਗ ਆਫ ਕੁਐਸਚਨ ਸਟੇਟਮੈਂਟ ਵਿਦ ਪੈਰਾਗ੍ਰਾਫ ਲਾਈਨਸ ਬਾਈ ਰੀਡਿੰਗ ਇਟ ਅਗੇਨ। ਇਸ ਤੋਂ ਬਾਅਦ ਪੈਰਾਗ੍ਰਾਫ ਦੀਆਂ ਲਾਈਨਸ ਦਾ ਮੀਨਿੰਗ ਜਿੱਥੇ ਸਾਡੇ ਕੀਵਰਡ ਮੈਚ ਕਰੇ ਆ ਉਹਨਾਂ ਦਾ ਮੀਨਿੰਗ ਉਸ ਨੂੰ ਕੁਐਸਚਨ ਦੀ ਸਟੇਟਮੈਂਟ ਨਾਲ ਮੈਚ ਕਰਾਂਗੇ। ਇੱਕ ਵਾਰ ਫਿਰ ਤੋਂ ਰੀਡ ਕਰਕੇ ਕੁਐਸਚਨ ਦੀ ਸਟੇਟਮੈਂਟ ਨੂੰ ਦੁਬਾਰਾ ਰੀਡ ਕਰਾਂਗੇ ਤਾਂ ਕਿ ਕੋਈ ਡਾਊਟ ਨਾ ਰਹੇ, ਚੰਗੀ ਤਰ੍ਹਾਂ ਉਹਨਾਂ ਦਾ ਕਨੈਕਸ਼ਨ ਆਈਡੈਂਟੀਫਾਈ ਕਰਾਂਗੇ, ਫਿਰ ਅਸੀਂ ਕੁਐਸਚਨ ਦਾ ਆਨਸਰ ਡਿਸਾਈਡ ਕਰਾਂਗੇ। ਦੈਨ ਡਿਸਾਈਡ ਵੈਦਰ ਇਟ ਇਜ਼ ਟਰੂ ਔਰ ਫਾਲਸ। ਫਿਰ ਡਿਸਾਈਡ ਕਰਾਂਗੇ ਕਿ ਸਾਡਾ ਆਨਸਰ ਟਰੂ ਆ ਜਾਂ ਫਿਰ ਫਾਲਸ ਆ। ਜੇ ਕੁਐਸਚਨ ਸਟੇਟਮੈਂਟ ਦਾ ਮੀਨਿੰਗ ਪੈਰਾਗ੍ਰਾਫ ਦੀਆਂ ਉਹਨਾਂ ਲਾਈਨਸ ਨਾਲ ਮੈਚ ਕਰ ਗਿਆ ਜਿੱਥੇ ਸਾਡੀ ਲੋਕੇਸ਼ਨ ਆਈਡੈਂਟੀਫਾਈ ਹੋਈ ਆ, ਫਿਰ ਸਾਡਾ ਆਨਸਰ ਟਰੂ ਹੋਏਗਾ। ਜੇ ਮੀਨਿੰਗ ਆਪੋਜ਼ਿਟ ਆ ਫਿਰ ਸਾਡਾ ਆਨਸਰ ਫਾਲਸ ਹੋਏਗਾ। ਇਫ ਯੂ ਆਰ ਅਨਸ਼ੋਰ ਦੈਨ ਮਾਰਕ ਇਟ ਨਾਟ ਗਿਵਨ। ਹੁਣ ਜਦੋਂ ਅਸੀਂ ਇਹ ਮੀਨਿੰਗ ਮੈਚ ਕਰ ਰਹੇ ਹੋਵਾਂਗੇ, ਨਾ ਤਾਂ ਸਾਡਾ ਕੁਐਸਚਨ ਦੀ ਸਟੇਟਮੈਂਟ ਦਾ ਮੀਨਿੰਗ ਮੈਚ ਕਰ ਰਿਹਾ ਟੈਕਸਟ ਨਾਲ ਤੇ ਨਾ ਹੀ ਉਸਦੇ ਆਪੋਜ਼ਿਟ ਮੀਨਿੰਗ ਆ, ਫਿਰ ਸਾਡਾ ਆਨਸਰ ਨਾਟ ਗਿਵਨ ਹੋਏਗਾ। ਇਸ ਤਰ੍ਹਾਂ ਇਹਨਾਂ ਟਿਪਸ ਐਂਡ ਸਟੈਪਸ ਨੂੰ ਫੋਲੋ ਕਰਕੇ ਟਰੂ ਫਾਲਸ ਨਾਟ ਗਿਵਨ ਵਾਲੇ ਸਾਰੇ ਕੁਐਸਚਨਸ ਦੇ ਆਨਸਰ ਅਸੀਂ ਕਰੈਕਟਲੀ ਦੇ ਸਕਦੇ ਹਾਂ।